ਪਹਿਲੇ ਸਿੱਖ ਸ਼ਹੀਦ ਨਿਰਭਉ ਤੇ ਨਿਰਵੈਰ ਸੇਵਾ ਦੇ ਯੱਗ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਆਪਣੇ ਸਰੀਰ ਦੀ ਆਹੂਤੀ ਦੇਣੀ ਪਈ, ਉਹਨਾਂ ਨੂੰ ਸ਼ਹੀਦ ਕਿਹਾ ਗਿਆ ਹੈ। ਸ਼ਹੀਦ ਆਤਮਾ ਆਪਣੇ ਲਾਭਾਂ ਲਈ ਆਪਣਾ ਜੀਵਨ ਖਰਚ ਨਹੀਂ ਕਰਦੀ, ਸਗੋਂ ਦੇਸ਼ ਕੌਮ ਤੇ ਦੁਖੀਆਂ ਦੀ ਹਮਦਰਦੀ ਕਰਦਿਆਂ ਉਹਨਾਂ ਲਈ ਆਪਣਾ ਆਪ ਕੁਰਬਾਨ ਕਰ ਦਿੰਦੀ ਹੈ। ਅਸੀਂ ਆਮ ਸਵਾਲ ਕਰਦੇ ਹਾਂ ਕਿ ਇਸ ਕੰਮ ਨੂੰ ਕਰਨ ਲੱਗੇ ਹੋ, ਇਹਦੇ ਵਿੱਚ ਕੀ ਫਾਇਦਾ? ਸਾਡਾ ਭਾਵ ਆਪਣੇ ਨਿੱਜੀ ਲਾਭਾਂ ਤੇ ਸੁੱਖ ਆਰਾਮ ਤੋਂ ਹੁੰਦਾ ਹੈ। ਸ਼ਹੀਦਾਂ ਦੇ ਸਾਹਮਣੇ ਸਚਾਈ ਤੇ ਇਨਸਾਫ ਹੁੰਦਾ ਹੈ। ਜਿੱਥੇ ਉਹ ਧੱਕਾ, ਵਧੀਕੀ ਤੇ ਜ਼ਬਰ ਹੁੰਦਾ ਵੇਖਦੇ ਹਨ, ਉੱਥੇ ਹੀ ਉਸ ਵਿਰੁੱਧ ਡਟ ਜਾਂਦੇ ਹਨ। ਉਹਨਾਂ ਸਾਹਮਣੇ ਇਹ ਖਿਆਲ ਵੀ ਨਹੀਂ ਹੁੰਦਾ ਕਿ ਅਸੀਂ ਜਿੱਤ ਸਕਦੇ ਹਾਂ ਕਿ ਨਹੀਂ। ਉਹਨਾਂ ਦਾ ਆਦਰਸ਼ ਚੰਗਿਆਈ ਲਈ ਕਦਮ ਵਧਾਉਣਾ ਹੁੰਦਾ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਉਹਨਾਂ ਦੇ ਜੀਵਨ ਤੇ ਉਦੇਸ਼ਾਂ ਨੇ ਸਾਡੇ ਦੇਸ਼ ਦੀ ਸੋਚਣੀ, ਕਥਨੀ ਤੇ ਕਰਨੀ ਵਿੱਚ ਬਹੁਤ ਵੱਡਾ ਇਨਕਲਾਬ ਲਿਆਂਦਾ। ਜੀਵਨ ਦੀਆਂ ਸਾਰੀਆਂ ਪੁਰਾਣੀਆਂ ਤੇ ਬੋਧੀਆਂ ਕੀਮਤਾਂ ਦਾ ਉਹਨਾਂ ਨੇ ਦਲੇਰੀ ਨਾਲ ਖੰਡਨ ਕੀਤਾ ਤੇ ਹਰ ਮਾੜੀ ਤਾਕਤ ਤੇ ਮਾੜੇ ਵਿਚਾਰ ਨੂੰ ਰੱਦ ਕੀਤਾ। ਗੁਰੂ ਨਾਨਕ ਦੇਵ ਜੀ ਨੇ ਅਜਿਹਾ ਸੱਚ ਤੇ ਸੱਤ ਦਾ ਢੰਡੋਰਾ ਦਿੱਤਾ ਕਿ ਇੱਥੇ ਅਨੇਕਾਂ ਲੋਕਾਂ ਵਿੱਚ ਮਨੁੱਖਤਾ ਜਾਗ ਪਈ। ਉਹਨਾਂ ਨੂੰ ਜੀਵਨ ਦੀ ਅਸਲ ਕੀਮਤ ਤੇ ਨਿਸ਼ਾਨੇ ਦੀ ਸਮਝ ਆ ਗਈ ਤੇ ਉਹਨਾਂ ਅੰਦਰ ਵੀ ਸੱਚ ਲਈ ਡਟਣ ਦੀ ਸ਼ਕਤੀ ਪੈਦਾ ਹੋ ਗਈ। ਇਸੇ ਲਈ ਸਿੱਖ ਧਰਮ ਵਿੱਚ ਸ਼ਹੀਦੀ ਦਾ ਮੁੱਢ ਵੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਵੱਜ ਗਿਆ। ਅਸੀਂ ਆਮ ਕਰਕੇ ਸਿੱਖ ਸ਼ਹੀਦਾਂ ਦੀ ਲੜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਅਸਾਂ ਆਪਣੇ ਇਤਿਹਾਸ ਦੀ ਸੰਭਾਲ ਵੱਲੋਂ ਅਣਗਹਿਲੀ ਵਰਤੀ ਹੈ। ਇਸ ਲਈ ਬਹੁਤ ਸਾਰੇ ਸ਼ਹੀਦਾਂ ਦਾ ਹਾਲ ਹੁਣ ਲੱਭਣਾ ਔਖਾ ਹੋ ਗਿਆ ਹੈ। ਅਨੇਕਾਂ ਅਜਿਹੇ ਸ਼ਹੀਦ ਵੀ ਹਨ ਜਿਨ੍ਹਾਂ ਦਾ ਨਾਮ ਅਜੇ ਤੱਕ ਕਿਸੇ ਨੇ ਆਪਣੀ ਕਲਮ ਨਾਲ ਨਹੀਂ ਲਿਖਿਆ। ਕੁਝ ਸ਼ਹੀਦਾਂ ਨੂੰ ਤਾਂ ਕੌਮ ਭੁੱਲ ਗਈ ਹੈ ਤੇ ਕਈਆਂ ਦੀਆਂ ਜੀਵਨ ਕਹਾਣੀਆਂ ਲੋਕਾਂ ਦੀਆਂ ਦੰਦ ਕਥਾ ਤੱਕ ਹਨ। ਪਿੱਛੇ ਜੇ ਮੈਂ ਇੱਕ ਬਜ਼ੁਰਗ ਨਾਲ ਸਿੱਖ ਸ਼ਹੀਦਾਂ ਦੀ ਗੱਲ ਟੋਰੀ ਤਾਂ ਉਸ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਦਰਜਨ ਤੋਂ ਉੱਪਰ ਸ਼ਹੀਦ ਹੋ ਚੁੱਕੇ ਸਨ। ਜਦ ਮੈਂ ਨਾਮ ਪੁੱਛੇ ਤਾਂ 1-2 ਤੋਂ ਵੱਧ ਨਾ ਦੱਸ ਸਕਿਆ। ਉਸ ਕਿਹਾ ਕਿ ਮੈਂ ਆਪਣੇ ਪਿੰਡ ਦੇ ਇੱਕ ਬਜ਼ੁਰਗ ਵਿਦਵਾਨ ਤੋਂ ਨਾਮ ਸੁਣੇ ਸਨ, ਪਰ ਯਾਦ ਨਹੀਂ। ਮੈਂ ਫਿਰ ਕਿਹਾ, ਤੁਸੀਂ ਨਾਂ ਲਿਖ ਲੈਣੇ ਸਨ। ਉਸ ਨੇ ਮੁਸਕਰਾ ਕੇ ਕਿਹਾ, ਮੈਨੂੰ ਕੀ ਪਤਾ ਸੀ ਕਿ ਤੂੰ ਪੁੱਛਣ ਆ ਜਾਏਗਾ। ਮੈਂ ਸਮਝਿਆ ਕਿ ਸਾਰਿਆਂ ਨੂੰ ਪਤਾ ਹੀ ਹੋਵੇਗਾ। ਇਸ ਤਰ੍ਹਾਂ ਇੱਕ ਵਾਰ ਪ੍ਰਿੰਸੀਪਲ ਸਤਵੀਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ 25 ਤੋਂ ਉੱਪਰ ਸਿੱਖ ਸ਼ਹੀਦ ਪਹਿਲਾਂ ਦੇ ਹਨ। ਜਦ ਅਸੀਂ ਸਿੱਖ ਇਤਿਹਾਸ ਦੀਆਂ ਮਾਰਕੀਟ ਵਿੱਚ ਵਿਕਦੀਆਂ ਕਿਤਾਬਾਂ ਵੇਖਦੇ ਹਾਂ ਤਾਂ ਇਹ ਸੂਚੀ ਲੱਭਣੀ ਜਾਂ ਤਿਆਰ ਕਰਨੀ ਮੁਸ਼ਕਲ ਹੋ ਜਾਂਦੀ ਹੈ। ਸਵਰਗੀ ਪ੍ਰਿੰਸੀਪਲ ਗੰਗਾ ਸਿੰਘ ਜੀ ਸਾਬਕਾ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਅੰਮ੍ਰਿਤ ਰਸਾਲਾ ਕੱਢਦੇ ਰਹੇ ਹਨ। ਉਹ ਰਸਾਲੇ ਦੇ ਜੂਨ 1932 ਦੇ ਪਰਚੇ ਵਿੱਚ ਆਪ ਸਫਾ 23 ਤੇ ਲਿਖਦੇ ਹਨ, ਭਾਈ ਤਾਰਾ ਜੀ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਜਿਨ੍ਹਾਂ ਨੇ ਆਪਣੀ ਸ਼ਹਾਦਤ ਨਾਲ ਬਾਬਰ ਬਾਣੀ ਦੇ ਵਿਰੁੱਧ ਲੋਕਾਂ ਵਿੱਚ ਜੀਵਨ ਸੰਚਾਰਿਆ ਤੇ ਸਦੀਆਂ ਬਾਅਦ ਭਾਰਤ ਵਰਸ਼ ਨੇ ਉਹ ਰੂਹ ਵੀ ਤੱਕੀ ਜੋ ਜ਼ੁਲਮ ਤੇ ਅਨਿਆਏ ਦੇ ਹੜ੍ਹ ਦੇ ਬਰਖਿਲਾਫ ਪਹਾੜ ਦੀ ਨਿੱਕੀ ਜਿਹੀ ਚਟਾਨ ਵਾਂਗ ਡਟ ਗਈ ਸੀ। ਇਸ ਮਗਰੋਂ ਸੱਚੀ ਸ਼ਹਾਦਤ ਦਾ ਦਫ਼ਤਰ ਖੁੱਲ੍ਹ ਗਿਆ ਤੇ ਇਤਨੀ ਭਰਤੀ ਹੋਈ ਜੋ ਗਿਣਤੀ ਕਰਨੀ ਕਠਿਨ ਹੈ। ਉਹ ਪ੍ਰਿੰਸੀਪਲ ਗੰਗਾ ਸਿੰਘ ਜੀ ਦੇ ਵਿਚਾਰ ਤੇ ਖੋਜ ਅਨੁਸਾਰ
ਭਾਈ ਤਾਰਾ ਜੀ ਪਹਿਲੇ ਸਿੱਖ ਸ਼ਹੀਦ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਅਥਵਾ ਬਾਬਰ ਦੇ ਹਮਲੇ ਸਮੇਂ ਸ਼ਹੀਦ ਕੀਤੇ ਗਏ। ਭਾਈ ਤਾਰਾ ਜੀ ਦੀ ਸਾਖੀ ਕਈ ਥਾਵਾਂ 'ਤੇ ਲਿਖੀ ਮਿਲੀ ਹੈ। ਆਪ ਉਸ ਸਮੇਂ ਦੀ ਪ੍ਰਸਿੱਧ ਸ਼ਖਸੀਅਤ ਸਨ ਅਤੇ ਆਪਣੇ ਕੰਮਾਂ ਕਰਕੇ ਚੰਗਾ ਨਾਮਣਾ ਪ੍ਰਾਪਤ ਕਰ ਚੁੱਕੇ ਸਨ। ਭਾਈ ਗੁਰਦਾਸ ਜੀ ਵੀ ਆਪਣੀ ਇੱਕ ਵਾਰ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਨ। ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਤਾਰਾ ਜੀ ਦੀ ਸਾਖੀ ਨੂੰ ਕਵਿਤਾ ਦੇ ਰੂਪ ਵਿੱਚ ਬਿਆਨ ਕੀਤਾ ਹੈ। ਸੂਰਜ ਪ੍ਰਕਾਸ਼ ਵਿੱਚ ਭਾਈ ਤਾਰਾ ਜੀ ਦਾ ਜ਼ਿਕਰ ਹੈ। ਹੋਰ ਕਈ ਪੁਸਤਕਾਂ ਵਿੱਚ ਉਹਨਾਂ ਦੇ ਪਰਉਪਕਾਰਾਂ ਦੀ ਘਟਨਾ ਲਿਖੀ ਹੋਈ ਹੈ, ਪਰ ਆਪ ਦੀ ਸ਼ਹਾਦਤ ਦਾ ਜ਼ਿਕਰ ਬਹੁਤ ਘੱਟ ਹੈ। ਬਹੁਤਿਆਂ ਨੇ ਉਹਨਾਂ ਦੇ ਅੱਗ ਬੁਝਾਉਣ ਤੇ ਬਾਬਰ ਦੇ ਪੇਸ਼ ਹੋਣ ਤੋਂ ਪਿੱਛੋਂ ਸਾਖੀ ਖਤਮ ਕਰ ਦਿੱਤੀ ਹੈ, ਪਰ ਅਸਲ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦੀ ਸ਼ਹਾਦਤ ਕਿਸ ਤਰ੍ਹਾਂ ਹੋਈ, ਇਸ ਬਾਰੇ ਵੀ ਦੋ ਰਾਵਾਂ ਹਨ। ਭਾਈ ਤਾਰਾ ਜੀ ਨੇ ਲਾਹੌਰ ਦੇ ਨੇੜੇ ਇੱਕ ਪਿੰਡ ਦੇ ਇੱਕ ਵਪਾਰੀ ਦੇ ਘਰ ਜਨਮ ਲਿਆ। ਪਿਤਾ ਦਾ ਸੰਧਾਰਨ ਕੰਮ ਸੀ ਤੇ ਮੁਸ਼ਕਲਾਂ ਨਾਲ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। 10 ਸਾਲਾਂ ਦੀ ਉਮਰ ਵਿੱਚ ਭਾਈ ਤਾਰਾ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਗੁਰੂ ਸਾਹਿਬ ਇਸ ਬਾਲਕ ਦੀ ਰੁਚੀ ਧਾਰਮਿਕ ਤੇ ਚੰਗੇ ਪਾਸੇ ਦੇਖ ਕੇ ਬੜੇ ਖੁਸ਼ ਹੋਏ ਤੇ ਸਿੱਖਿਆ ਦਿੱਤੀ, ਸੱਚ ਦਾ ਵਪਾਰ ਕਰਨਾ। ਬਹੁਤ ਅੱਛਾ, ਹੱਥ ਜੋੜ ਕੇ ਬਾਲਕ ਨੇ ਉੱਤਰ ਦਿੱਤਾ। ਪਰਮੇਸ਼ਰ ਦੇ ਜੀਵਾਂ ਤੇ ਉਪਕਾਰ ਕਰਨਾ ਗੁਰੂ ਸਾਹਿਬ ਨੇ ਹੋਰ ਸਿੱਖਿਆ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਤੇ ਸਿੱਖਿਆ ਪ੍ਰਾਪਤ ਕਰਕੇ ਭਾਈ ਤਾਰਾ ਜੀ ਦੇ ਜੀਵਨ ਵਿੱਚ ਬੜਾ ਪਲਟਾ ਆ ਗਿਆ। ਪਿੰਡ ਵਿੱਚ ਆਪ ਹਰ ਦੁੱਖ ਤੇ ਦਰਦਮੰਦ ਦੀ ਸਹਾਇਤਾ ਲਈ ਪਹੁੰਚਣ ਲੱਗ ਪਏ। ਜਰਾ ਕੁ ਹੋਰ ਵੱਡੇ ਹੋਏ ਤਾਂ ਆਪ ਦਾ ਪਿਤਾ ਚਲਾਣਾ ਕਰ ਗਿਆ ਤੇ ਪਿੱਛੇ ਇੱਕ ਬੁੱਢੀ ਮਾਂ ਤੇ ਵਿਧਵਾ ਭੈਣ ਰਹਿ ਗਈ, ਜਿਨ੍ਹਾਂ ਦੇ ਜੀਵਨ ਦਾ ਸਹਾਰਾ ਭਾਈ ਤਾਰਾ ਹੀ ਸੀ। ਹੋਰ ਕੋਈ ਭਰਾ ਨਹੀਂ ਸੀ, ਇਸ ਲਈ ਘਰ ਦੇ ਨਿਰਵਾਹ ਲਈ ਭਾਈ ਤਾਰਾ ਜੀ ਨੂੰ ਸਖਤ ਘਾਲਣੀ ਪਈ। ਆਪ ਨੇ ਸੇਵਾ ਤੇ ਪਰਉਪਕਾਰ ਦੀ ਪ੍ਰਾਪਤ ਕੀਤੀ ਸਿੱਖਿਆ ਨੂੰ ਕੇਵਲ ਯਾਦ ਹੀ ਨਹੀਂ ਰੱਖਿਆ, ਸਗੋਂ ਅਮਲੀ ਰੂਪ ਵਿੱਚ ਉਸ ਨੂੰ ਜਾਰੀ ਰੱਖਿਆ। ਜਦ ਵੀ ਵਿਹਲਾ ਵਕਤ ਮਿਲਦਾ ਆਪ ਰਾਹ ਜਾਂਦਿਆਂ ਲੋਕਾਂ ਨੂੰ ਪਾਣੀ ਪਿਆਉਂਦੇ, ਖੂਹ 'ਤੇ ਬੈਠ ਜਾਂਦੇ ਤੇ ਪਾਣੀ ਦੀਆਂ ਬਾਲਟੀਆਂ ਖਿੱਚ ਕੇ ਸੇਵਾ ਕਰਕੇ ਆਨੰਦ ਮਾਣਦੇ। 1524 ਈਸਵੀ ਦੀ ਗੱਲ ਹੈ ਕਿ ਭਾਰਤ ਵਿੱਚ ਮੁਗਲ ਰਾਜ ਦਾ ਮੋਢੀ ਬਾਬਰ ਚੌਥੀ ਵਾਰ ਚੜ੍ਹਾਈ ਕਰਕੇ ਆ ਗਿਆ। ਪਹਿਲਾਂ ਉਹਨੇ ਬਾਰਕਜੀਆਂ ਨੂੰ ਸਖਤ ਹਾਰ ਦਿੱਤੀ ਤੇ ਪਿਸ਼ਾਵਰ 'ਤੇ ਕਬਜ਼ਾ ਕਰ ਲਿਆ। ਫਿਰ ਉਹ ਮਾਰੋ ਮਾਰ ਕਰਦਾ ਲਾਹੌਰ ਆ ਗਿਆ। ਅੱਗੇ ਲੋਧੀ ਖਾਨਦਾਨ ਕੇ ਕੁਝ ਸਰਦਾਰਾਂ ਤੇ ਆਮ ਲੋਕਾਂ ਨੇ ਉਹਦਾ ਰਾਹ ਰੋਕਿਆ। ਉਸ ਨੂੰ ਬਹੁਤ ਗੁੱਸਾ ਚੜ੍ਹ ਗਿਆ ਕਿ ਇਹਨਾਂ ਮੇਰੀ ਤਾਕਤ ਨੂੰ ਚੈਲੰਜ ਕਿਉਂ ਕੀਤਾ। ਜਦ ਥੋੜ੍ਹੀਆਂ ਜਿਹੀਆਂ ਝੜਪਾਂ ਤੋਂ ਪਿੱਛੋਂ ਉਹ ਹਾਰ ਗਏ ਤਾਂ ਬਾਬਰ ਦੀਆਂ ਫੌਜਾਂ ਜੇਤੂਆਂ ਦੇ ਰੂਪ ਵਿੱਚ ਸ਼ਹਿਰ ਵਿੱਚ ਦਾਖਲ ਹੋਈਆਂ ਤੇ ਬਦਲਾ ਲੈਣ ਦੇ ਜਜ਼ਬੇ ਨਾਲ ਬਾਬਰ ਨੇ ਹੁਕਮ ਦਿੱਤਾ ਕਿ ਸ਼ਹਿਰ ਨੂੰ ਅੱਗ ਲਾ ਦਿੱਤੀ ਜਾਏ। ਜਿਨ੍ਹਾਂ ਲੋਕਾਂ ਨੇ ਮੁਕਾਬਲਾ ਕੀਤਾ ਹੈ ਉਹਨਾਂ ਦੇ ਘਰ ਘਾਟ ਸਾੜ ਦਿੱਤੇ ਜਾਣ। ਨਾਲ ਹੀ ਇਹ ਹੁਕਮ ਦਿੱਤਾ ਕਿ ਕੋਈ ਆਦਮੀ ਇਸ ਅੱਗ ਨੂੰ ਬੁਝਾਉਣ ਦਾ ਯਤਨ ਨਾ ਕਰੇ। ਭਾਈ ਤਾਰੇ ਦਾ ਪਿੰਡ ਸ਼ਹਿਰ ਦੇ ਬਹੁਤ ਹੀ ਨੇੜੇ ਸੀ। ਉਹਨਾਂ ਨੂੰ ਸ਼ਹਿਰ ਦੇ ਸੜਨ ਦੀ ਜਦ ਖਬਰ ਪਹੁੰਚੀ ਤਾਂ ਇੱਕ ਮਸ਼ਕ ਲੈ ਕੇ ਪਿੰਡ ਤੋਂ ਤੁਰ ਪਏ। ਬੁੱਢੀ ਮਾਂ ਤੇ ਵਿਧਵਾ ਭੈਣ ਨੇ ਬੜੇ ਤਰਲੇ ਕੀਤੇ ਕਿ ਉਹ ਬਾਬਰ ਦੇ ਹੁਕਮ ਦੀ ਵਿਰੋਧਤਾ ਕਰਨ ਲਈ ਨਾ ਜਾਣ, ਪਰ ਉਹਨੇ ਕਿਸੇ ਦੀ ਗੱਲ ਨਾ ਸੁਣੀ। ਇੱਕ ਕਵੀ ਭੈਣ ਨਾਲ ਉਹਦੇ ਸਵਾਲ ਜਵਾਬ ਨੂੰ ਇਉਂ ਕਾਨੀ ਬੰਦ ਕਰਦਾ ਹੈ। ਜਦੋਂ ਜਾਣ ਲੱਗਾ ਉਹਦੀ ਭੈਣ ਵਰਜੇ, ਆਖੇ ਜਾ ਨਾ ਅੰਬੜੀ ਜਾਇਆ ਵੇ,
ਵੀਰਾ ਛਾਲ ਨਾ ਮਾਰ ਵੇ ਭੱਠ ਬਲ ਦੇ, ਅਸਾਂ ਵਾਸਤਾ ਰੱਬ ਦਾ ਪਾਇਆ ਵੇ। ਬਾਬਰ ਬਾਣੀ ਆ ਫਿਰੀ ਲਾਹੌਰ ਉੱਤੇ, ਉਸ ਦਾ ਕਹਿਰ ਨਾ ਜਾਏ ਹਟਾਇਆ ਵੇ। ਜਵਾਲਾ ਮੁਖੀ ਦਾ ਛਟਿਆ ਮਾਰਿਆ ਵੇ, ਸੋਮਾ ਅੱਗ ਦਾ ਕਿਨੇ ਬੁਝਾਇਆ ਵੇ। ਭਾਈ ਤਾਰੇ ਨੇ ਇਸ ਗੱਲ ਦਾ ਉੱਤਰ ਦਿੱਤਾ। ਤਾਰਾ ਆਖਦਾ, ਭੈਣ ਜੀ ਜਾਣ ਦੇਵੋ, ਵੇਲਾ ਸੇਵਾ ਤੇ ਟਹਿਲਦਾ ਜਾਵਦਾ ਏ। ਮਰਨਾ ਦੇ ਨੇ ਅੰਤ ਨੂੰ ਭੈਣ ਮੇਰੀ, ਸਫਲ ਹੋਣ ਦਾ ਸਮਾਂ ਵਿਹਾਵਦਾ ਏ। ਇੱਕ ਦੋ ਜਾਂ ਚੌਂ ਦੀ ਰੱਖਿਆ ਜੇ, ਕਰ ਸਕਾਂ ਤਾਂ ਆਨੰਦ ਆਮਦਾ ਏ। ਨਾਨਕ ਗੁਰੂ ਦਾ ਸਿੱਖ ਅਖਵਾ ਭੈਣੇ, ਦੁਖੀ ਦੇਖ ਕੇ ਰਿਹਾ ਨਾ ਜਾਵਦਾ ਏ। ਭੈਣ ਦੀ ਇਸ ਗੱਲ ਨਾਲ ਵੀ ਤਸੱਲੀ ਨਾ ਹੋਈ ਤੇ ਉਸ ਫਿਰ ਤਰਲੇ ਨਾਲ ਕਿਹਾ, ਭੈਣ ਆਖਦੀ ਮਾਂ ਪਿਓ ਜਾਇਆ ਵੇ, ਤੇਰੇ ਬਿਨਾ ਸੰਸਾਰ ਅੰਧੇਰ ਵੀਰਾ। ਮਾਂ ਰੋਂਦੜੀ ਭੈਣ ਕੁਰਲਾਂਦੜੀ ਨੂੰ, ਛੱਡ ਜਾ ਨਾ ਸਾਧ ਦਲੇਰ ਵੀਰਾ। ਸਭ ਕੁਝ ਹੈ ਲੱਭਦਾ ਜਗ ਉੱਤੇ, ਮਾਂ ਜਾਇਆ ਨਾ ਮਿਲੇ ਇੱਕ ਵਾਰ ਵੀਰਾ। ਆਸ ਤੋੜ ਨਾ ਭੈਣ ਤੇ ਮਾਂ ਸੰਧੀ, ਪਾਸਾ ਦਿਨਾਂ ਦਾ ਉਲਟਣਾ ਫੇਰ ਵੀਰਾ। ਭਾਈ ਤਾਰਾ ਨੂੰ ਜੀਵਾਂ ਨੂੰ ਸੜਦੀ ਅੱਗ ਤੋਂ ਬਚਾਉਣ ਲਈ ਲਗਨ ਲੱਗੀ ਹੋਈ ਸੀ, ਇਸ ਲਈ ਕਿਸੇ ਵੀ ਖਤਰੇ ਦੀ ਪਰਵਾਹ ਨਾ ਕਰਦਿਆਂ ਉਹ ਲਾਹੌਰ ਆ ਗਿਆ। ਇੱਥੇ ਆ ਕੇ ਦੇਖਿਆ ਕਿ ਮਕਾਨ ਸੜ ਰਹੇ ਹਨ। ਅੱਗ ਦੀਆਂ ਲਾਟਾਂ ਅਸਮਾਨ ਨਾਲ ਗੱਲਾਂ ਕਰ ਰਹੀਆਂ ਹਨ। ਤਾੜ ਤਾੜ ਕਰਕੇ ਛੱਤ ਡਿੱਗ ਰਹੇ ਹਨ। ਲੋਕ ਘਬਰਾਹਟ ਵਿੱਚ ਇੱਧਰ ਉੱਧਰ ਨੱਸ ਰਹੇ ਹਨ ਤੇ ਕੋਈ ਵੀ ਅੱਗ ਬੁਝਾਉਣ ਦਾ ਯਤਨ ਨਹੀਂ ਕਰਦਾ ਪਿਆ। ਇੱਕ ਥਾਂ ਜੁੜੇ ਆਦਮੀਆਂ ਨੂੰ ਦੇਖ ਕੇ ਭਾਈ ਤਾਰੇ ਨੇ ਕਿਹਾ, ਯਾਰੋ ਕੀ ਦੇਖਦੇ ਹੋ? ਖਲਕਤ ਦਾ ਨੁਕਸਾਨ ਹੋ ਰਿਹਾ ਏ, ਆਓ ਅੱਗ ਬੁਝਾਈਏ। ਨਾ ਬਈ, ਅਸੀਂ ਤੇ ਅੱਗ ਨਹੀਂ ਬੁਝਾਉਂਦੇ। ਬਾਬਰ ਸ਼ਾਹ ਦਾ ਹੁਕਮ ਏ ਕਿ ਕੋਈ ਨਾ ਬੁਝਾਏ, ਉਹ ਮਾਰ ਦੇਗਾ। ਇੱਕ ਆਦਮੀ ਨੇ ਆਪਣੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦਿਆਂ ਕਿਹਾ, ਅੱਗੇ ਉਹਦਾ ਰਾਹ ਰੋਕ ਕੇ ਇਹ ਮੁਸੀਬਤ ਗੱਲ ਪਾ ਲਈਏ। ਬੁਝਾਓ, ਛੇਤੀ ਬੁਝਾਓ। ਕਹਿੰਦਿਆਂ ਭਾਈ ਤਾਰੇ ਨੇ ਪਾਣੀ ਦੀ ਭਰੀ ਹੋਈ ਮਸ਼ਕ ਦਾ ਮੂੰਹ ਅੱਗ ਵੱਲ ਕਰਕੇ ਪਾਣੀ ਛੱਡ ਦਿੱਤਾ। ਜਦ ਹੋਰ ਕੋਈ ਵੀ ਅੱਗੇ ਨਾ ਆਇਆ ਤਾਂ ਭਾਈ ਤਾਰੇ ਨੇ ਕਿਹਾ, ਮੈਂ ਜੋ ਕਹਿੰਦਾ ਹਾਂ ਬੁਝਾਓ। ਮੈਂ ਉਸ ਦਾ ਹੁਕਮ ਤੁਹਾਨੂੰ ਦਿੰਦਾ ਹਾਂ ਜੋ ਬਾਬਰ ਤੋਂ ਵੀ ਵੱਡਾ ਏ। ਉਹ ਕੌਣ ਏ? ਇੱਕ ਆਦਮੀ ਨੇ ਹੈਰਾਨੀ ਨਾਲ ਪੁੱਛਿਆ। ਉਹ ਭਗਵਾਨ ਪ੍ਰਭੂ ਤੇ ਖੁਦਾ ਏ, ਭਾਈ ਤਾਰਾ ਜੀ ਨੇ ਦੱਸਿਆ। ਅਸੀਂ ਪ੍ਰਭੂ ਦੇ ਆਸਰੇ ਬਾਬਰ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ। ਕਈ ਆਦਮੀ ਇਕੱਠੇ ਹੀ ਬੋਲ ਪਏ। ਜਦੋਂ ਕੋਈ ਵੀ ਹੋਰ ਨਾ ਨਿਤਰਿਆ ਤਾਂ ਭਾਈ ਤਾਰਾ ਇਕੱਲਾ ਹੀ ਅੱਗ ਬੁਝਾਉਣ ਵਿੱਚ ਜੁਟਿਆ ਰਿਹਾ। ਬਾਬਰ ਦੀ ਫੌਜ ਦੇ ਇੱਕ ਅਫਸਰ ਨੇ ਵੇਖਿਆ ਤੇ ਉਸ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਤੇ ਭਾਈ ਤਾਰਾ ਨੂੰ ਗ੍ਰਿਫਤਾਰ ਕਰ ਲਿਆ। ਜਦ ਬਾਬਰ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ ਗਿਆ ਤਾਂ ਬਾਬਰ ਨੇ ਸਿਰ ਤੋਂ ਪੈਰਾਂ ਤੱਕ ਉਸ ਵੱਲ ਵੇਖਿਆ। ਬਾਬਰ ਹੈਰਾਨ ਸੀ ਕਿ ਸਾਰੇ ਸ਼ਹਿਰ ਵਿੱਚੋਂ ਕਿਸੇ ਨੂੰ ਹਿੰਮਤ ਨਹੀਂ ਹੋਈ ਕਿ ਹੁਕਮ ਦੀ ਉਲੰਘਣਾ ਕਰੇ। ਪਰ ਇਹ ਗਰੀਬੜਾ ਜਿਹਾ ਆਦਮੀ ਕੌਣ ਏ? ਉਸ ਨੂੰ ਪੁੱਛਿਆ, ਤੂੰ ਕੌਣ ਏ? ਰੱਬ ਦਾ ਬੰਦਾ। ਬੜੇ ਨਿਝੱਕ ਹੋ ਕੇ ਭਾਈ ਤਾਰਾ ਨੇ ਉੱਤਰ ਦਿੱਤਾ। ਉਹ ਆਪਣੇ ਆਪ ਨੂੰ ਕੈਦੀ ਬਿਲਕੁਲ ਮਹਿਸੂਸ ਨਹੀਂ ਸੀ ਕਰ ਰਿਹਾ, ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦਾ ਡਰ ਸੀ। ਤੈਨੂੰ ਇੱਥੇ ਕਿਸ ਨੇ ਭੇਜਿਆ ਏ? ਬਾਬਰ ਨੇ ਦੂਜਾ ਸਵਾਲ ਕੀਤਾ। ਜਿਸ ਤੈਨੂੰ ਭੇਜਿਆ ਏ। ਭਾਈ ਤਾਰਾ ਦੀ ਦਲੇਰੀ, ਦ੍ਰਿੜਤਾ ਤੇ ਨਿਰਧੜਕਤਾ ਦੇਖ ਕੇ ਬਾਬਰ ਹੈਰਾਨ ਹੋ ਗਿਆ। ਬਹੁਤ ਸਾਰੀਆਂ ਥਾਵਾਂ ਤੇ ਇੱਥੋਂ ਤੱਕ ਹੀ ਜ਼ਿਕਰ ਹੈ ਤੇ ਇਹ ਕਹਿ ਕੇ ਸਾਖੀ ਖਤਮ ਕਰ ਦਿੱਤੀ ਹੈ ਕਿ ਜਦ ਭਾਈ ਤਾਰਾ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਸੇਵਕ ਹੈ ਤਾਂ ਬਾਬਰ ਨੇ ਉਸ ਨੂੰ ਛੱਡ ਦਿੱਤਾ। ਪਰ ਨਵੀਂ ਖੋਜ ਦੱਸਦੀ ਹੈ ਕਿ ਭਾਈ ਤਾਰਾ ਜੀ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਕਿ ਉਹ ਅੱਗੋਂ ਸ਼ਾਹੀ ਹੁਕਮ ਦੀ ਉਲੰਘਣਾ ਨਾ ਕੀਤਾ ਕਰੇ। ਪਰ ਉਹਨਾਂ ਫਿਰ ਸ਼ਹਿਰ ਜਾ ਕੇ ਉਹੀ ਕੰਮ ਸ਼ੁਰੂ ਕਰ ਦਿੱਤਾ। ਕਿਸੇ ਨੂੰ ਸੜਦੀ ਅੱਗ ਵਿੱਚੋਂ ਕੱਢਿਆ, ਕਿਸੇ ਨੂੰ ਜਲ ਪਿਆਇਆ ਤੇ ਕਿਸੇ ਦੀ ਸੁਲਕਦੀ ਜਾਨ ਨੂੰ ਧੀਰਜ ਦਿੱਤਾ। ਬਾਬਰ ਦੇ ਫੌਜੀਆਂ ਨੂੰ ਗੁੱਸਾ ਚੜ੍ਹਿਆ ਤੇ ਉਹਨਾਂ ਆ ਕੇ ਫਿਰ ਰੋਕਿਆ। ਜਦ ਨਾ ਰੁਕੇ ਤਾਂ ਚੁੱਕ ਕੇ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਕਈਆਂ ਦਾ ਕਥਨ ਹੈ ਕਿ ਆਪ ਨੂੰ ਘੋੜਿਆਂ ਹੇਠ ਰੌਂਦ ਕੇ ਸ਼ਹੀਦ ਕੀਤਾ ਗਿਆ।
ਪਰ ਇਹ ਗਲਤ ਹੈ। ਆਪ ਨੂੰ ਅੱਗ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ। ਇੱਕ ਹੋਰ ਗੱਲ ਅਜੇ ਨਿਰਣਾਜਨਕ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜਿੱਥੇ ਆਪ ਦਾ ਜ਼ਿਕਰ ਹੈ, ਉੱਥੇ ਨਾਲ ਸ਼ਬਦ ਪੋਪਟ ਵੀ ਲਿਖਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀਆਂ ਵਾਰਾਂ ਭਾਈ ਗੁਰਦਾਸ ਜੀ ਵਿੱਚ ਫੁੱਟਨੋਟ ਦਿੱਤਾ ਹੋਇਆ ਹੈ ਕਿ ਪੋਪਟ ਜਾਤੀ ਦਾ ਨਾਮ ਹੈ। ਭਾਵ ਇਹ ਹੈ ਕਿ ਭਾਈ ਤਾਰਾ ਪੋਪਟ ਜਾਤੀ ਵਿੱਚੋਂ ਸੀ, ਪਰ ਪ੍ਰਿੰਸੀਪਲ ਸਤਬੀਰ ਸਿੰਘ ਦਾ ਵਿਚਾਰ ਹੈ ਕਿ ਪੋਪਟ ਤੇ ਭਾਈ ਤਾਰਾ ਦੋ ਵੱਖਰੇ ਵਿਅਕਤੀ ਹੋਏ ਹਨ। ਇਹ ਠੀਕ ਹੈ ਕਿ ਦੋਵੇਂ ਇੱਕੋ ਸਮੇਂ ਦੇ ਸ਼ਹੀਦ ਹਨ। ਉਹ ਦੱਸਦੇ ਹਨ ਕਿ ਭਾਈ ਪੋਪਟ ਵੀ ਬਾਬਰ ਦੇ ਹਮਲੇ ਸਮੇਂ ਲਾਹੌਰ ਵਿੱਚ ਰਿਹਾ ਕਰਦੇ ਸਨ। ਜਦ ਸ਼ਹਿਰ ਨੂੰ ਅੱਗ ਲੱਗੀ ਤਾਂ ਸ਼ਹਿਰ ਦੇ ਲੋਕੀ ਉੱਜੜ ਕੇ ਬਾਹਰ ਕੈਂਪਾਂ ਵਿੱਚ ਚਲੇ ਗਏ। ਭਾਈ ਪੋਪਟ, ਜੋ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਤੇ ਸੇਵਕ ਸਨ, ਲੋਕਾਂ ਨੂੰ ਜਾ ਕੇ ਲੰਗਰ ਛਕਾਇਆ ਕਰਦੇ ਸਨ। ਆਪ ਨੂੰ ਲੋਕਾਂ ਦੀ ਮਦਦ ਕਰਨ ਦੇ ਜੁਰਮ ਵਿੱਚ ਘੋੜਿਆਂ ਹੇਠ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬਾਬਰ ਦੇ ਹਮਲੇ ਸਮੇਂ ਇਹ ਦੋ ਮਹਾਨ ਆਤਮਾਵਾਂ ਪਰਉਪਕਾਰ ਕਰਦੀਆਂ ਇਨਸਾਨੀਅਤ ਦੀ ਭਲਾਈ ਖਾਤਰ ਆਪਾ ਵਾਰ ਗਈਆਂ। ਇਸੇ ਤਰ੍ਹਾਂ ਹੋਰ ਵੀ ਕਈ ਮਹਾਨ ਪੁਰਸ਼ਾਂ ਨੇ ਆਪਣੇ ਜੀਵਨ ਦੀ ਆਹੂਤੀ ਪਾ ਕੇ ਸੱਚਾਈ, ਇਨਸਾਫ ਤੇ ਹੱਕ ਲਈ ਗਵਾਹੀ ਦਿੱਤੀ ਹੋਵੇਗੀ। ਜੇਕਰ ਇਸ ਖੇਤਰ ਵਿੱਚ ਹੋਰ ਖੋਜ ਕੀਤੀ ਜਾਏ ਤਾਂ ਸ਼ਾਇਦ ਉਹਨਾਂ ਦੀ ਕੁਰਬਾਨੀ ਵੀ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ।